ਕੋਟਕਪੁਰਾ ਵਿਖੇ ਜਿਹੜੀ ਆਰਡਰ ਆਏ ਨੇ ਮਾਣਯੋਗ ਹਾਈ ਕੋਰਟ ਦੇ, ਉਸ ਦੀਆਂ ਕਾਪੀਆਂ ਸਾੜੀਆਂ ਗਈਆਂ। ਸਿਆਸਤ ਦੇ ਵਿੱਚ ਹਮੇਸ਼ਾ ਕਿਹਾ ਜਾਂਦਾ ਗਾ ਵੀ ਰੋਟੀਆਂ ਸੇਕੀਆਂ ਜਾਂਦੀਆਂ, ਕਿ ਵਾਕਿਆ ਦੇ ਵਿੱਚ ਹੁਣ ਵੀ ਉਹੀ ਕੁਝ ਹੋ ਰਿਹਾ ਹੈਗਾ। 14 ਅਕਤੂਬਰ 2015 ਦੀ ਤੜਕੇ 2 ਵਜੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਮੈਨੂੰ ਫੋਨ ਆਇਆ। ਦਿਸ ਸ਼ੁੱਡ ਹੈਵ ਬੀਨ ਟਾਈਮ ਬਾਉਂਡ ਫਰਮ ਡੇ 1। 60 ਦਿਨ ਦਾ ਟਾਈਮ ਦੇ ਦਿੰਦੇ, 90 ਦਿਨ ਦਾ ਟਾਈਮ ਦੇ ਦਿੰਦੇ, ਇੱਦਾਂ ਥੋੜ੍ਹਾ ਕਿ ਖੁੱਲ੍ਹਾ ਹੀ ਛੱਡ ਦਿੱਤਾ ਵਾ ਕਿ ਪੌਣੇ 3 ਸਾਲ। ਤੁਹਾਨੂੰ ਲੱਗਦਾਗਾ ਵੀ ਇੱਕ ਚੌਥਾ ਬਦਲ ਜਾਂ ਇੱਕ ਤੀਜਾ ਬਦਲ ਸਾਹਮਣੇ ਆਊਗਾ ਵੱਡੇ ਰੂਪ ਦੇ ਵਿੱਚ? ਤੁਸੀਂ ਬਾਦਲਾਂ ਨੂੰ ਕਲੀਨ ਚਿੱਟ ਦੇ ਰਹੇ ਹੋ, ਜਿਨ੍ਹਾਂ ਨੇ ਜਿਹੜੇ ਨਾ ਤਾਂ ਪਟੀਸ਼ਨਰ ਨੇ, ਨਾ ਉਹਨਾਂ ਨੇ ਕੋਈ ਫਰਿਆਦ ਕੀਤੀ ਆ, ਨਾ ਉਹਨਾਂ ਨੇ ਕੋਈ ਅਰਜ਼ੀ ਦਿੱਤੀ ਆ, ਉਹ ਕਿੱਧਰੋਂ ਆ ਗਏ ਵਿੱਚ? ਢੀਂਡਸਾ ਪਰਿਵਾਰ, ਸੁਖਪਾਲ ਸਿੰਘ ਖਹਿਰਾ ਤੁਸੀਂ ਹੋ ਗਏ, ਨਵਜੋਤ ਸਿੰਘ ਸਿੱਧੂ, ਇਕੱਠੇ ਹੋਣ ਦੀ ਸੰਭਾਵਨਾਵਾਂ ਹੈਗੀਆਂ ਗੀਆਂ ਆਉਣ ਵਾਲੇ ਸਮੇਂ 'ਚ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜਿੱਥੇ ਇੱਕ ਪਾਸੇ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠਾ ਗਾ, ਦੂਸਰੇ ਪਾਸੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਗਰਮਾਹਟ ਆ ਇਸ ਵੇਲੇ। ਹਾਲਾਂਕਿ ਜੇ ਵੋਟਾਂ ਦੀ ਗੱਲ ਕਰਦੇ ਹਾਂ, 2022 ਵੀ ਨੇੜੇ ਆਉਂਦਾ ਦਿਖ ਰਿਹਾ, ਪਰ 2015 ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ। ਉਸ ਤੋਂ ਬਾਅਦ ਪਹਿਲਾਂ ਵਾਲੀ ਸਰਕਾਰ ਨੇ ਕੋਈ ਨਤੀਜੇ ਤੇ ਨਹੀਂ ਪਹੁੰਚੀ, ਹੁਣ ਵਾਲੀ ਸਰਕਾਰ ਕੋਈ ਨਤੀਜੇ ਤੇ ਨਹੀਂ ਪਹੁੰਚੀ। ਅੱਜ ਵੀ ਕੋਟਕਪੁਰਾ ਵਿਖੇ ਜਿਹੜੀ ਆਰਡਰ ਆਏ ਨੇ ਮਾਣਯੋਗ ਹਾਈ ਕੋਰਟ ਦੇ, ਉਸ ਦੀਆਂ ਕਾਪੀਆਂ ਸਾੜੀਆਂ ਗਈਆਂ। ਅਸਲ ਦੇ ਵਿੱਚ ਚੱਲ ਕੀ ਰਿਹਾ ਗਾ? ਬੜੇ ਜਿਹੜੇ ਵੱਡੇ ਚਿਹਰੇ ਨੇ ਪੰਜਾਬ ਦੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਜਾਂ ਹੋਰ ਚਿਹਰਿਆਂ ਦੀ ਗੱਲ ਕਰ ਲਈਏ, ਉਹਨਾਂ ਦੀ ਵੀ ਬੜੀ ਉਥਲ-ਪੁਥਲ ਚੱਲ ਰਹੀ ਹੈ। ਕਿਹੜੀ ਪਾਰਟੀ ਦੇ ਵਿੱਚ ਜਾਊਗਾ? ਸਿਆਸਤ ਦੇ ਵਿੱਚ ਹਮੇਸ਼ਾ ਕਿਹਾ ਜਾਂਦਾ ਗਾ ਵੀ ਰੋਟੀਆਂ ਸੇਕੀਆਂ ਜਾਂਦੀਆਂ, ਕਿ ਵਾਕਿਆ ਦੇ ਵਿੱਚ ਹੁਣ ਵੀ ਉਹੀ ਕੁਝ ਹੋ ਰਿਹਾ ਹੈਗਾ। ਸਾਡੇ ਨਾਲ ਮੌਜੂਦ ਨੇ ਵੱਡੇ ਲੀਡਰ ਨੇ, ਪੰਜਾਬ ਦਾ ਵੱਡਾ ਚਿਹਰਾ ਨੇ ਸੁਖਪਾਲ ਸਿੰਘ ਖਹਿਰਾ। ਖਹਿਰਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਕਿੱਥੇ ਪੰਜਾਬ ਦੀ ਸਿਆਸਤ ਖੜੀ ਆ? ਦੇਖੋ, ਪੰਜਾਬ ਇਸ ਵਕਤ ਕ੍ਰਾਸ ਰੋਡਸ ਤੇ ਹੈ ਜੀ। ਬਹੁਤ ਅਟਰ ਕਨਫਿਊਜ਼ਨ ਹੈ। 2022 ਵਿੱਚ ਲੋਕਾਂ ਨੇ ਇੱਕ ਵਾਰ ਫਿਰ ਆਪਣਾ ਮੈਂਡੇਟ ਦੇਣਾ, ਸਰਕਾਰ ਚੁਣਨੀ ਆ ਜੀ, ਪਰ ਬੜੇ ਮਲਟੀਪਲ ਇਸ਼ੂਜ਼ ਨੇ ਜਿਹੜੇ ਅਨਰਿਜ਼ੋਲਵਡ ਨੇ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿ ਅੱਜ ਕਿਸਾਨ ਅੰਦੋਲਨ 7-8 ਮਹੀਨੇ ਹੋ ਗਏ ਨੇ ਜੀ, ਕਿੱਡੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਵਿਸ਼ਵ ਪੱਧਰੀ ਇੱਕ ਅੰਦੋਲਨ ਖੜਾ ਕੀਤਾ ਜੀ। ਆਮ ਜਨਤਾ ਨੇ, ਆਮ ਲੋਕਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ। ਸਾਡੀ ਸਰਕਾਰ ਉਸ ਨੂੰ ਕੋਈ ਰਾਹ ਨਹੀਂ ਦੇ ਰਹੀ ਜੀ, ਔਰ 350-400 ਕਿਸਾਨ ਮਰ ਚੁੱਕਾ ਵਾ ਜੀ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਪਿਛਲੇ 6 ਸਾਲ ਤੋਂ ਜੀ, ਉਹ ਇੱਦਾਂ ਹਵਾ 'ਚ ਲਟਕ ਰਿਹਾ ਵਾ। ਕਦੀ ਡੱਕੇ ਡੋਲੇ ਨਹੀਂ ਜਿੱਦਾਂ ਖਾਂਦੇ ਹੁੰਦੇ, ਜੀ, ਕਦੀ ਕੋਈ ਸਿੱਟ ਬਣਾ ਦਿੰਦੇ ਨੇ, ਕਦੀ ਉਹਨੂੰ CBI ਕੋ ਭੇਜ ਦਿੰਦੇ ਨੇ, ਕਦੀ ਹਾਈ ਕੋਰਟ ਚਲ ਜਾਂਦਾ, ਕਦੀ ਫਰੀਦਕੋਟ ਦੀ ਅਦਾਲਤ ਚਲਾਨ ਪੇਸ਼ ਹੋ ਜਾਂਦੇ ਨੇ। ਇਹ ਐਡਾ ਇੱਕ ਇੰਪੋਰਟੈਂਟ ਵਾਈਟਲ ਇਸ਼ੂ ਆ, ਕਿਉਂਕਿ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੀ ਧਰਤੀ ਤੇ ਇਨਸਾਫ ਨਹੀਂ ਮਿਲੇ, ਜਿੱਥੇ ਸਾਡੇ ਗੁਰੂਆਂ ਨੇ ਆਪਣਾ ਖੂਨ ਡੋਲਿਆ ਹੋਇਆ ਵਾ ਜੀ, ਤੇ ਫਿਰ ਆਪਾਂ ਹੋਰ ਕਿਹੜੇ ਇਨਸਾਫ ਦੀ ਉਮੀਦ ਕਰਾਂਗੇ? ਜੀ। ਫਿਰ ਮੈਂ ਲੋਕਾਂ ਨੂੰ ਕਈ ਵਾਰ ਪੁੱਛਦਾ ਕਿ ਤੁਸੀਂ ਜਿਹੜੇ ਆ DC SSP ਦੇ ਦਫ਼ਤਰਾਂ 'ਚ ਜਾਂਦੇ ਹੋ, ਇਹਨਾਂ ਤੋਂ ਤੁਹਾਨੂੰ ਕੀ ਇਨਸਾਫ ਦੀ ਉਮੀਦ ਹੈ ਜੇ ਤੁਹਾਨੂੰ ਤੁਹਾਡੇ ਸ਼ਬਦ ਗੁਰੂ ਦੀ, ਤੁਹਾਡੇ ਇਸ਼ਟ ਦਾ ਇਨਸਾਫ ਨਹੀਂ ਮਿਲ ਰਿਹਾ? ਸੋ ਦੇਅਰਫੋਰ ਬੇਅਦਬੀਆਂ ਦਾ ਇਸ਼ੂ ਬੜਾ ਬਰਕਰਾਰ ਹੈ ਜੀ, ਔਰ ਰਹੇਗਾ ਬਰਕਰਾਰ, ਕਿਉਂਕਿ 6 ਸਾਲ ਦਾ ਸਮਾਂ ਔਰ ਫਿਰ ਜੋ ਕੁਝ ਤੁਹਾਡੇ ਸਾਹਮਣੇ ਹੋਇਆ, ਜਿਸ ਤਰ੍ਹਾਂ ਹੁਣ ਇਹਨੂੰ ਢਹਿ-ਢੇਰੀ ਕੀਤਾ ਗਿਆ। ਸਿਮਿਲਰਲੀ ਜਿਹੜੇ ਹੋਰ ਦੂਸਰੇ ਬਰਨਿੰਗ ਇਸ਼ੂਜ਼ ਨੇ, ਦੇ ਕੰਟੀਨਿਊ ਜੀ। ਤੇ ਤਾਂ ਕਰਕੇ ਪੰਜਾਬ ਦੇ ਲੋਕਾਂ 'ਚ ਬਹੁਤ ਕਨਫਿਊਜ਼ਨ ਹੈ। ਪੋਲੀਟੀਕਲ ਵੀ ਵੈਕਿਊਮ ਬਹੁਤ ਜ਼ਬਰਦਸਤ ਹੈ। ਦੇਖੋ, ਆਪਾਂ ਜੋ ਮਰਜ਼ੀ ਕਹੀ ਜਾਣ, ਮੇਰਾ ਜਿਹੜਾ ਇੱਕ ਸਾਦੀ ਜੀ ਐਨਾਲਿਸਿਸ ਹੈ ਕਿ ਜਿਹੜਾ ਬਾਦਲ ਅਕਾਲੀ ਦਲ ਆ, ਉਹ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਉਹਨੂੰ ਢਾਹ ਲੱਗੀ ਆ। ਨੋਰਮਲ ਕੋਰਸ ਵਿੱਚ ਅਕਾਲੀ ਦਲ ਬਹੁਤ ਅੱਛੀ ਪਾਰਟੀ ਸੀਗੀ। ਇਹਨੂੰ ਕੋਈ ਕਿਸੇ ਨੂੰ ਆਮ ਆਦਮੀ ਪਾਰਟੀ ਦੀ, ਕਿਸੇ ਨੂੰ ਤੀਜੇ ਵਿਕਲਪ ਦੀ, ਕਿਸੇ ਨੂੰ ਚੌਥੇ ਵਿਕਲਪ ਦੀ ਤਾਂ ਲੋੜ ਹੀ ਨਹੀਂ ਸੀਗੀ, ਕਿਉਂਕਿ ਸਾਡੀ ਬੇਸਿਕ ਪੁਰਖਿਆਂ ਦੀ ਇੱਕ ਆਪਣੀ ਬਣਾਈ ਹੋਈ ਖੇਤਰੀ ਪਾਰਟੀ ਸੀਗੀ ਜੀ। ਕਿਉਂਕਿ ਹੁਣ ਇਸ ਪਰਿਵਾਰ ਨੇ ਉਹ ਸਾਰੇ ਕਾਨੂੰਨ ਅਸੂਲ ਨੂੰ ਛਿੱਕੇ ਤੇ ਟੰਗ ਦਿੱਤਾ। ਇਹਨਾਂ ਨੇ ਮਤਲਬ ਇਹਨਾਂ ਤੇ ਬੇਅਦਬੀਆਂ ਦੇ ਵੀ ਇਲਜ਼ਾਮ ਹੈ, ਇਹਨਾਂ ਤੇ ਬਾਈਬਲ ਕਲਾਂ ਦੇ ਕਾਤਲ ਪੁਲਿਸ ਵਾਲਿਆਂ ਨੂੰ ਬਚਾਉਣ ਦਾ ਇਲਜ਼ਾਮ ਹੈ, ਇਹਨਾਂ ਤੇ ਸੁਮੇਧ ਸਿੰਘ ਸੈਣੀ ਵਰਗੇ ਜਿਹੜੇ ਸਿੱਖ ਨੌਜਵਾਨਾਂ ਨੂੰ ਐਨਕਾਊਂਟਰਾਂ 'ਚ ਮਾਰਦੇ ਸੀ ਉਹਨਾਂ ਨੂੰ DGP ਬਣਾਉਣ ਦਾ ਇਲਜ਼ਾਮ ਹੈ, ਇਹਨਾਂ ਤੇ ਕਿਸਾਨ ਜਿਹੜੇ 3 ਕਾਲੇ ਕਾਨੂੰਨ ਬਣੇ ਸੀਗੇ, ਇਹਨਾਂ ਤੇ ਉਹ ਵੀ ਇਲਜ਼ਾਮ ਲੋਕਾਂ ਦੇ ਮਨਾਂ 'ਚੋਂ ਨਹੀਂ ਜਾਂਦਾ ਕਿ ਤੁਸੀਂ ਉਹਨਾਂ ਦੇ ਪਹਿਲਾਂ ਮੁਦਈ ਰਹੇ ਹੋ ਤਾਂ ਤੁਸੀਂ ਉਹਨੂੰ ਸਪੋਰਟ ਕੀਤਾ ਵਾ। ਇਹਨਾਂ ਤੇ
ਜੰਮੂ ਕਸ਼ਮੀਰ ਵਰਗੀ ਸਟੇਟ ਜਿਹੜੀ ਘੱਟ ਗਿਣਤੀਆਂ ਦੀ ਸਟੇਟ ਸੀਗੀ, ਜੀ ਜਦੋਂ ਉਹ ਸਟੇਟ ਨੂੰ 2 ਟੋਟੇ ਕੀਤੇ ਗਏ, ਉਹਨਾਂ ਦੇ ਸਾਰੇ ਹਕੂਕ ਖੋਏ ਗਏ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵਿਦਆਊਟ ਰਿਅਲਾਈਜ਼ਿੰਗ ਇਹਦੇ ਇੰਪੈਕਟਸ ਕੀ ਹੋਣਗੇ ਪੋਲੀਟੀਕਲੀ, ਇਹਨਾਂ ਨੇ ਉਸ ਗੱਲ ਦੀ ਬੀਜੇਪੀ ਦੀ ਸਪੋਰਟ ਕੀਤੀ। ਉੱਦਾਂ ਅਸੀਂ ਕਹਿੰਦੇ ਕਿ ਫੈਡਰਲ ਢਾਂਚਾ ਚਾਹੀਦਾ, ਉੱਦਾਂ ਅਸੀਂ ਕਹਿੰਦੇ ਕਿ ਸਰਕਾਰਾਂ ਨੂੰ ਵੱਧ ਅਧਿਕਾਰ ਚਾਹੀਦੇ ਆ। ਜੇ ਇਸ ਬੀਜੇਪੀ ਨੇ ਅਧਿਕਾਰ ਹੀ ਡਾਕਾ ਮਾਰ ਕੇ ਖੋਹ ਲਏ ਤੇ ਸਟੇਟ ਦੇ 2 ਟੋਟੇ ਕਰਤੇ, ਤੁਸੀਂ ਉਹਨੂੰ ਉਹਦੀ ਸਪੋਰਟ ਕਰਦੇ, ਇਸ ਕਰਕੇ ਉਹਦੇ ਵੀ ਦੋਸ਼ੀ ਆ। ਉਸ ਤੋਂ ਬਾਅਦ ਜਿੰਨੇ ਐਂਟੀ ਮਾਈਨੋਰਿਟੀਜ਼ ਲਾਜ਼ ਬਣਾਏ ਬੀਜੇਪੀ ਨੇ, ਜੋ ਵਿਕਟਮਾਈਜੇਸ਼ਨ ਕੀਤੀ, ਚਾਹੇ ਉਹ ਸਿਟੀਜ਼ਨ ਅਮੈਂਡਮੈਂਟ ਬਿੱਲ ਆ, ਚਾਹੇ ਉਹ ਸ਼ਹੀਨ ਬਾਗ ਦੇ ਮੋਰਚੇ 'ਚ ਤਸ਼ੱਦਦ, ਚਾਹੇ ਉਹ ਯੂਆਪਾ ਦਾ ਦੁਰਉਪਯੋਗ ਇਸ ਦੇਸ਼ ਵਿੱਚ, ਜਿਹੜੀ ਪਾਰਟੀ ਕਿਸੇ ਵੇਲੇ ਟਾਡਾ ਤੇ ਪੋਟਾ ਦਾ ਸਭ ਤੋਂ ਵੱਡਾ ਵਿਰੋਧ ਕਰਦੀ ਸੀ ਅਕਾਲੀ ਦਲ, ਉਹ ਹੁਣ ਯੂਆਪਾ ਦੇ ਕਾਨੂੰਨ ਦੇ ਵਿੱਚ ਹੱਕ 'ਚ ਵੋਟਾਂ ਪਾ ਕੇ ਉਹਦੀ ਅਮੈਂਡਮੈਂਟ ਬਣਾਈ ਕਿ ਇਹਨੂੰ ਕਾਲਾ ਕਾਨੂੰਨ ਜਿੰਨਾ ਬਣਾ ਸਕਦੇ ਹੋ ਬਣਾ ਦਿਓ। ਸੋ ਦੇਅਰਫੋਰ ਅਕਾਲੀ ਦਲ ਇਸ ਵਕਤ ਆਪਣੇ ਅਕਸ ਨੂੰ ਬਹੁਤ ਬੁਰੀ ਤਰ੍ਹਾਂ ਗਵਾ ਚੁੱਕਾ ਵਾ। ਰੈਲੀਆਂ ਕਰ ਸਕਦੇ ਨੇ, ਇਹਨਾਂ ਕੋਲ ਕੇਡਰ ਹੈਗਾ ਵਾ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਰਾਜ ਕੀਤਾ 10 ਸਾਲ ਨਾਲ, ਐਮਐਲਏ, ਚੇਅਰਮੈਨ, ਮਾਰਕੀਟ ਕਮੇਟੀਆਂ, ਕਿਸੇ ਨੇ ਬੱਸ ਦੇ ਇਹਨਾਂ ਤੋਂ ਲੈ ਲਏ, ਕਿਸੇ ਨੇ ਰੇਤਾ ਬਜਰੀ ਦਾ ਕੰਮ ਲਿਆ ਹੋਇਆ, ਸ਼ਰਾਬ ਦੇ ਠੇਕੇ ਲਏ ਸੀ, ਦੇ ਕੈਨ ਡੂ ਇਟ, ਬਟ ਇਹ ਅਨਪੋਪੂਲਰ ਹੋ ਚੁੱਕੇ ਨੇ। ਦੂਸਰਾ ਬੀਜੇਪੀ ਜਿਹੜੀ ਆ ਉਹ ਇਸ ਵਕਤ ਸਭ ਤੋਂ ਵੱਡੀ ਦੁਸ਼ਮਣ ਦੀ ਪਾਤਰ ਜਮਾਤ ਬਣ ਚੁੱਕੀ ਪੰਜਾਬ 'ਚ, ਠੀਕ ਹੈ। ਤੀਸਰਾ ਆਮ ਆਦਮੀ ਪਾਰਟੀ, ਜਿਹੜੀ ਇੱਕ ਪਾਰਟੀ ਕਹਿੰਦੀ ਸੀ ਅਸੀਂ ਕਿ ਇੱਕ ਅਲਟਰਨੇਟਿਵ ਪੋਲਿਟਿਕਸ ਦਿਆਂਗੇ, ਉਹਨੇ ਤਾਂ ਬੀਜੇਪੀ ਦਾ ਰੂਟ ਅਖਤਿਆਰ ਕਰ ਲਿਆ ਸਾਰਾ। ਕੇਜਰੀਵਾਲ ਨੇ ਜੰਮੂ ਕਸ਼ਮੀਰ ਦੇ 2 ਟੋਟੇ ਦੇ ਉੱਤੇ ਅਮਿਤ ਸ਼ਾਹ ਨੂੰ ਕੋਟ ਕਰਕੇ ਕਿ ਇਹ ਜਿਹੜੇ ਜੰਮੂ ਕਸ਼ਮੀਰ ਦਾ ਇੱਕ ਆਰਟੀਕਲ 370 ਖੋਇਆ ਗਿਆ ਨਾ, ਇਹਦੇ ਨਾਲ ਹੁਣ ਜੰਮੂ ਕਸ਼ਮੀਰ ਵਿੱਚ ਬੀਜੇਪੀ ਪੀਸ ਤੇ ਪ੍ਰੋਸਪੈਰਿਟੀ ਲੈ ਕੇ ਆਵੇਗੀ। ਇਹ ਉਹਦਾ ਟਵੀਟ ਆ ਔਨ ਰਿਕਾਰਡ। ਤੇ ਸਿਮਿਲਰ ਉਹਦੇ ਤੇ ਇਲਜ਼ਾਮ ਹੈ ਜਿੱਦਾਂ CAA ਦਾ ਦਿੱਲੀ 'ਚ ਸ਼ੋਰ ਮਚ ਰਿਹਾ ਸੀਗਾ ਸ਼ਹੀਨ ਬਾਗ 'ਚ, ਉਹਦੇ 'ਚ ਬਾਅਦ ਦੰਗੇ ਹੋਏ ਜਿਹਦੇ 'ਚ ਮੁਸਲਮਾਨ ਮਾਰੇ ਗਏ ਵਿਚਾਰੇ, ਇਹਨੇ ਇੱਕ ਦਾ ਹਾਂ ਦਾ ਨਾਰਾ ਨਹੀਂ ਮਾਰਿਆ। ਸੋ ਜਿਹੜਾ ਆਦਮੀ ਦੇਸ਼ ਨੂੰ ਬਦਲਣ ਦੀ ਗੱਲ ਕਰਦਾ ਸੀਗਾ, ਉਹਨੇ ਆਪਣੇ ਆਪ ਨੂੰ ਬਦਲ ਕੇ ਇੱਕ ਬੀਜੇਪੀ ਤੇ RSS ਦੀ, ਇੱਕ ਆਮ ਜਨਤਾ ਨੂੰ ਜੇ ਆਪਾਂ ਸਾਦੀ ਜੀ ਗੱਲ ਕਰੀਏ, ਉਹਨਾਂ ਨੂੰ RSS ਤੇ ਬੀਜੇਪੀ ਦੀ ਝਲਕ ਆਉਂਦੀ ਇਹਦੀ ਰਾਜਨੀਤੀ ਤੋਂ। ਸੋ ਦੇਅਰਫੋਰ ਪੰਜਾਬ ਦੇ ਵਿੱਚ ਇਹਨਾਂ ਨੇ ਸੁਨਹਿਰੀ ਮੌਕਾ ਪਿਛਲੀ ਵਾਰ ਗਵਾਇਆ, ਔਰ ਜਿੰਨੇ ਸੈਲਫ ਗੋਲਸ ਕੀਤੇ ਆਮ ਆਦਮੀ ਪਾਰਟੀ ਨੇ ਅੱਜ ਤੱਕ ਇੱਕ ਵੀ ਸਵੀਕਾਰ ਨਹੀਂ ਕੀਤਾ। ਚਾਹੇ ਉਹ ਛੋਟੇਪੁਰ ਨੂੰ ਕੱਢਿਆ, ਬਹੁਤ ਵੱਡੀ ਗਲਤੀ ਸੀਗੀ, ਚਾਹੇ ਉਹ ਇਹਨਾਂ ਨੇ ਟਿਕਟਾਂ ਗਲਤ ਵੰਡੀਆਂ, ਚਾਹੇ 2017 'ਚ ਕਿਸੇ ਵੀ ਪੰਜਾਬ ਦੇ ਬਸ਼ਿੰਦੇ ਤੇ ਕਿਸੇ ਸਿੱਖ ਆਗੂ ਤੇ ਭਰੋਸਾ ਨਾ ਕਰਨਾ, ਉਹਨੂੰ ਅੱਜ ਤੱਕ ਇਹਨਾਂ ਨੇ ਕਦੀ ਸਵੀਕਾਰਿਆ ਨਹੀਂ ਕਿ ਹਾਂ ਸਾਡੇ ਤੋਂ ਗਲਤੀਆਂ ਹੋਈਆਂ। ਹਰ ਪੋਲੀਟੀਕਲ ਪਾਰਟੀ ਆਪਣੀ ਗਲਤੀ ਸਵੀਕਾਰ ਲੈਂਦੀ ਕਿ ਹਾਂ ਮੇਰੇ ਤੋਂ ਗਲਤੀ ਹੋਈ ਹੈ, ਮੈਂ ਅੱਗੇ ਕਰੈਕਸ਼ਨ ਕਰੂੰਗਾ। ਤੁਹਾਡੇ ਦਿਲ 'ਚ ਵੀ ਗੱਲ ਰੜਕਦੀ ਆ, ਤੁਸੀਂ ਵੀ LOP ਸੀ। ਨਹੀਂ, ਮੈਨੂੰ ਵੀ ਉਹਨਾਂ ਨੇ ਜਿਸ ਢੰਗ ਦੇ ਨਾਲ ਟਵਿੱਟਰ ਦੇ ਰਾਹੀਂ ਤੁਸੀਂ ਬਟਨ ਦਬਾ ਕੇ ਟੈਲੀਫੋਨ ਦਾ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਲਾਉਨੇ ਆ, ਤੇ ਨੁਕਸਾਨ ਮੇਰਾ ਤਾਂ ਚਲੋ ਜਿਹੜਾ ਕੀਤਾ ਆਪਣਾ ਵੀ ਨੁਕਸਾਨ ਕਰ ਲਿਆ। ਮੈਂ ਕੋਈ ਹੁਣ ਆਪਾਂ ਨਿਰਪੱਖਤਾ ਨਾਲ ਦੇਖ ਰਹੇ ਹਾਂ ਕਿ ਕੀ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ 20 MLA ਬਣਾਉਣ ਤੋਂ ਬਾਅਦ ਕੀ ਅੱਜ ਆਮ ਆਦਮੀ ਪਾਰਟੀ ਤਾਕਤਵਰ ਹੋਈ ਆ? ਜਿਸ ਢੰਗ ਨਾਲ ਉਹਨਾਂ ਨੇ ਵਰਕਿੰਗ ਕੀਤੀ ਕਿ ਕਮਜ਼ੋਰ ਹੋਈ ਆ। ਜਿਹੜੀ ਪਾਰਟੀ ਨੂੰ 14 ਵਿੱਚ 25% ਵੋਟ ਪਈ ਲੋਕ ਸਭਾ 'ਚ, ਫਿਰ ਉਹਨਾਂ ਨੂੰ 2017 'ਚ ਆਲਮੋਸਟ 24.5% ਪਈ ਵੋਟ ਅਸੈਂਬਲੀ 'ਚ। ਉਹ ਵੋਟ ਜਦੋਂ ਇਹਨਾਂ ਨੇ ਗਲਤੀਆਂ ਕਰਨੀਆਂ ਸ਼ੁਰੂ ਕਰਤੀਆਂ, ਉਹ ਲੋਕ ਸਭਾ ਵਿੱਚ ਸ਼ਰਿੰਕ ਕਰਕੇ 19 'ਚ ਉਹ ਵੋਟ ਰਹਿ ਗਈ 7 ਪੈਸੇ, ਜਿਹਦੇ 'ਚੋਂ ਮੈਜੋਰਿਟੀ ਵੋਟ ਭਗਵੰਤ ਮਾਨ ਦੀ ਸੰਗਰੂਰ ਦੀ ਸੀ। ਆ ਹੁਣੇ ਹਾਲ ਹੀ ਵਿੱਚ ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਤੇ ਕਮੇਟੀਆਂ ਦੇ ਇਲੈਕਸ਼ਨਾਂ ਦੀਆਂ 3 ਪੈਸੇ ਵੋਟ ਰਹਿ ਗਈ ਹੈ। ਸੋ ਦੇਅਰਫੋਰ ਆਮ ਆਦਮੀ ਪਾਰਟੀ ਨੇ ਵੀ ਆਪਣੇ ਏਜੰਡੇ ਤੋਂ ਡਿਵੀਏਟ ਕਰਕੇ ਜਿਹੜਾ ਉਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਸੀਗਾ, ਉਹਦੇ ਤੋਂ ਜੋ ਤੁਸੀਂ ਨਹੀਂ ਪੂਰਾ ਕਰਦੇ, ਲੋਕ ਉਹਨਾਂ ਤੋਂ ਵੀ ਖਫਾ ਨੇ। ਹੁਣ ਰਹਿ ਗਈ ਕਾਂਗਰਸ। ਅੱਜ ਤੋਂ 2-3 ਮਹੀਨੇ ਪਹਿਲਾਂ ਕਾਂਗਰਸ ਦਾ ਗ੍ਰਾਫ ਠੀਕ ਸੀਗਾ, ਪਰ ਜਦੋਂ ਦੀ ਬੇਅਦਬੀਆਂ ਦਾ ਮਸਲਾ ਆਇਆ, ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਕੈਪਟਨ ਅਮਰਿੰਦਰ ਵੀ ਜਿਹੜਾ ਹੈ ਕੋਟਕਪੂਰੇ ਦੀ ਗੋਲੀकांड ਨੂੰ ਲੈ ਕੇ ਇਹਨੇ ਆਪਣਾ ਕੇਸ ਅੱਛੇ ਤਰੀਕੇ ਨਾਲ ਡਿਫੈਂਡ ਨਹੀਂ ਕੀਤਾ ਔਰ ਉਹਦਾ ਘਾਟਾ ਜਿਹੜਾ ਬਹੁਤ ਵੱਡਾ ਭਾਰੀ ਹੋਇਆ ਵਾ। ਅੱਜ ਕਾਂਗਰਸ ਦਾ ਗ੍ਰਾਫ ਵੀ ਲੋਕਾਂ ਨੇ, ਸੋ ਲੋਕ ਸ਼ਸ਼ੋਪੰਜ ਵਿੱਚ ਨੇ ਔਰ ਲੋਕ ਚਾਹੁੰਦੇ ਨੇ, ਲੋਕ ਅਲਟਰਨੇਟਿਵ ਤਾਂ ਚਾਹੁੰਦੇ, ਪਰ ਲੋਕ ਅਲਟਰਨੇਟਿਵ ਫਰਜ਼ੀ ਨਹੀਂ ਚਾਹੁੰਦੇ। ਲੋਕ ਅਲਟਰਨੇਟਿਵ ਚਾਹੁੰਦੇ ਜਿਹੜਾ ਪੰਜਾਬ ਸੈਂਟਰਿਕ ਹੋਵੇ, ਜਿਹੜਾ ਪੰਜਾਬ ਦੇ ਲੋਕਾਂ ਦਾ ਦੀ ਮਿੱਟੀ ਦੀ ਖੁਸ਼ਬੂ ਆਵੇ ਜਾਂ ਫੈਸਲਾ ਲੈਣ ਦੀ ਸ਼ਕਤੀ ਇੱਥੇ ਹੀ ਰੱਖਦੇ ਹੋਣ। ਆ ਜਿੰਨੀਆਂ ਪਾਰਟੀਆਂ ਮੈਂ ਜ਼ਿਕਰ ਕਰ ਰਿਹਾ, ਸਾਰੇ ਦਿੱਲੀ ਨੂੰ ਭੱਜਦੇ ਨੇ, ਸਾਰੇ ਦਿੱਲੀ ਤੋਂ ਹੁਕਮ ਲੈ ਕੇ ਆਉਂਦੇ ਨੇ। ਇਸ ਕਰਕੇ ਉਹ ਜਿਹੜਾ ਇੱਕ ਰੀਜਨਲ ਸੈਂਟਰਿਕ ਅਲਟਰਨੇਟਿਵ ਉਹ ਲੋਕ ਲੱਭ ਰਹੇ ਨੇ। ਹੁਣ ਉਹ ਕਦੋਂ ਬਣਦਾ ਵਾ ਉਹਦੇ ਬਾਰੇ ਮੈਂ ਅੱਜ ਕੁਝ ਨਹੀਂ ਕਹਿ ਸਕਦਾ, ਕਿਉਂਕਿ ਮੈਂ ਕਾਫੀ ਅਰਸੇ ਤੋਂ ਇਮਾਨਦਾਰੀ ਨਾਲ ਅੱਜ ਤੁਸੀਂ ਕੋਟਕਪੂਰੇ ਇਸ ਇਕੱਠ ਵਿੱਚ ਵੀ ਕੁਝ ਸੱਜਣ ਦੇਖੇ, ਜਾਂ ਜਿਹੜੀਆਂ ਧਿਰਾਂ ਐਂਟੀ ਕਾਂਗਰਸ, ਐਂਟੀ BJP, ਅਕਾਲੀ ਦਲ ਚੱਲਦੀਆਂ ਰਹੀਆਂ ਨੇ,
ਮੈਂ ਕਾਫੀ ਯਤਨ ਕੀਤਾ ਕਿ ਆਓ ਆਪਾਂ ਸਾਰੇ ਜਾਣੇ ਇੱਕ ਥਾਂ ਤੇ ਇਕੱਠੇ ਹੋ ਜਾਈਏ, ਪਰ ਹਾਲੇ ਤੱਕ ਮੈਂ ਉਹਨਾਂ ਨੂੰ ਇਹ ਗੱਲ ਤੇ ਅਸੀਂ ਨਹੀਂ ਕਾਮਯਾਬ ਹੋ ਸਕੇ। ਹੁਣ ਉਹ ਨਵਜੋਤ ਸਿੱਧੂ ਆਉਣ ਵਾਲੇ ਦਿਨਾਂ 'ਚ ਕੀ ਕਰਦੇ ਨੇ, ਕੀ ਉਹ ਕਾਂਗਰਸ ਦੇ ਵਿੱਚ ਰਹਿੰਦੇ ਨੇ ਜਾਂ ਉਹ ਕਾਂਗਰਸ ਤੋਂ ਬਾਹਰ ਨਿਕਲ ਕੇ ਕੋਈ ਸੱਦਾ ਪੱਤਰ ਦਿੰਦੇ ਨੇ, ਇਟ ਆਲ ਡਿਪੈਂਡਸ ਨਾਓ। ਐਂਡ ਇਨ ਫੈਕਟ ਕ੍ਰੂਸ਼ੀਅਲ ਪੀਰੀਅਡ ਵੀ ਆ, ਕਿਉਂਕਿ 7-8 ਮਹੀਨੇ ਰਹਿ ਗਏ ਨੇ ਇਲੈਕਸ਼ਨ। ਸੋ ਆਈ ਪਰਸਨਲੀ ਫੀਲ ਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ, ਜਿਹੜਾ ਲੰਬਾ ਜਵਾਬ ਹੋ ਗਿਆ, ਇਹ ਮੇਰੇ ਅਨੁਸਾਰ ਇਸ ਵਕਤ ਪੰਜਾਬ ਦੀ ਸਥਿਤੀ ਪੋਲੀਟੀਕਲ ਇਹ ਹੈ ਜੀ। ਤੁਸੀਂ ਪੰਜਾਬ ਦੀ ਪੋਲੀਟੀਕਲ ਸਥਿਤੀ ਸਾਰੀ ਸਾਫ਼ ਕਰ ਦਿੱਤੀ ਜਿਹੜੀ ਤੁਹਾਡੇ ਅਕੋਰਡਿੰਗ ਆ, ਪਰ ਜੇ ਆਪਾਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰਦੇ ਆ, ਕਦੇ ਇੱਕ ਬਾਜ਼ਾਰ ਦੇ ਵਿੱਚ ਇਹ ਚਰਚਾ ਆਉਂਦੀ ਆ ਵੀ ਖਹਿਰਾ ਸਾਹਿਬ ਜਾ ਰਹੇ ਨੇ ਕਾਂਗਰਸ ਦੇ ਵਿੱਚ, ਜਾਂ ਤੁਸੀਂ ਕਿਹਾ ਵੀ ਮੈਂ ਜੱਦੋ-ਜਹਿਦ ਕਰ ਰਿਹਾ, ਬੜੀ ਇਮਾਨਦਾਰੀ ਦੇ ਨਾਲ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਗਾ, ਤੁਹਾਨੂੰ ਲੱਗਦਾਗਾ ਵੀ ਇੱਕ ਚੌਥਾ ਬਦਲ ਜਾਂ ਇੱਕ ਤੀਜਾ ਬਦਲ ਸਾਹਮਣੇ ਆਊਗਾ ਵੱਡੇ ਰੂਪ ਦੇ ਵਿੱਚ, ਜਿਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੁੰਗਾਰਾ ਦਿੱਤਾ, ਹੋਊਗੀ ਉਹ ਚੀਜ਼ ਕਿ ਨਹੀਂ ਹੋਊਗੀ ਪੋਸੀਬਲ? ਮੈਂ ਤੁਹਾਨੂੰ ਇਹੀ ਕਿਹਾ ਨਾ ਕਿ ਮੈਂ ਲੋਕ ਸਭਾ ਤੋਂ ਪਹਿਲਾਂ 2019 ਤੋਂ ਤੇ ਲੋਕ ਸਭਾ ਤੋਂ ਬਾਅਦ ਜੀ ਬਹੁਤ ਹੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਆ ਕਿ ਇਸ ਨੂੰ ਕਿਸੇ ਤਰੀਕੇ ਨਾਲ ਅਲਟਰਨੇਟਿਵ ਪੈਦਾ ਕੀਤਾ ਜਾ ਸਕੇ, ਪਰ ਹਲੇ ਤੱਕ ਅਸੀਂ ਕਾਮਯਾਬ ਨਹੀਂ ਹੋ ਸਕੇ। ਪਰ ਦੈਟ ਡਸਨਟ ਮੀਨ ਕਿ ਅਸੀਂ ਸਾਹ ਛੱਡ ਦਈਏ। ਹੁਣ ਜਿਸ ਤਰ੍ਹਾਂ ਨਾਲ ਇੱਕ ਨਵਜੋਤ ਸਿੰਘ ਸਿੱਧੂ ਇੱਕ ਆਪਣੀ ਗੱਲ ਕਹਿ ਰਹੇ ਨੇ ਔਰ ਬੇਅਦਬੀਆਂ ਦੇ ਇਸ਼ੂ ਦੇ ਉੱਤੇ ਕਹਿ ਰਹੇ ਨੇ, ਲੈਟ ਅਸ ਸੀ ਵਾਟ ਹੀ ਹੈਜ਼ ਗੋਟ ਇਨ ਮਾਈਂਡ। ਹੋ ਸਕਦਾ, ਦੇਖੋ ਕਈ ਵਾਰੀ ਇੱਦਾਂ ਹੁੰਦਾ ਵਾ ਕਿ ਕਿਸੇ ਇੱਕ ਲੀਡਰ ਦੇ ਆਲੇ ਦੁਆਲੇ ਲੋਕ ਆਰਾਮ ਨਾਲ ਇਕੱਠੇ ਹੋ ਜਾਂਦੇ ਨੇ। ਤੁਹਾਡੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਹੋਈ? ਨਹੀਂ, ਮੇਰੀ ਪਰਸਨਲੀ ਇਸ ਇਸ਼ੂ ਤੇ ਇਹਨਾਂ ਦਿਨਾਂ ਵਿੱਚ ਨਹੀਂ ਗੱਲ ਹੋਈ, ਪਰ ਉਹਨਾਂ ਨੂੰ ਪਿਛਲੇ ਵਿਧਾਨ ਸਭਾ ਦੇ ਸੈਸ਼ਨ 'ਚ ਜਦੋਂ ਮੇਰੇ ਤੇ ਈਡੀ ਦਾ ਰੇਡ ਕੀਤਾ ਸੀਗਾ, ਉਦੋਂ ਉਹਨਾਂ ਨੂੰ ਮਿਲੇ ਸੀਗੇ। ਲੇਕਿਨ ਹੁਣ ਆ ਜਿਹੜਾ ਵਿਵਾਦ ਉੱਠਿਆ, ਇਹਨਾਂ ਦਿਨਾਂ 'ਚ ਮੇਰੀ ਕੋਈ ਗੱਲ ਨਹੀਂ ਹੋਈ। ਆਈ ਐਮ ਨਾਟ ਇਨ ਟੱਚ ਵਿਦ ਦੈਮ। ਜੀ, ਤੁਹਾਨੂੰ ਕੀ ਲੱਗਦਾ ਜਿਹੜਾ ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈਗਾ, ਪਹਿਲਾਂ ਉਹਨਾਂ ਨੇ ਰਿਜ਼ਾਈਨ ਦਿੱਤਾ ਹੈਗਾ, ਪਹਿਲਾਂ ਨਾ ਮਨਜ਼ੂਰ ਹੋਇਆ, ਫਿਰ ਮਨਜ਼ੂਰ ਹੋਇਆ ਹੈਗਾ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਬੜਾ ਇਹ ਵੀ ਆ ਵੀ ਉਹਨਾਂ ਨੇ ਵੀ ਇੱਕ ਪੋਲੀਟੀਕਲ ਪ੍ਰੈਸ਼ਰ 'ਚ ਉਦੋਂ ਬਾਅਦ ਜਿਹੜਾ ਆਰਡਰ ਆਇਆ ਉਹਦੇ 'ਚ ਵੀ ਇਹ ਚੀਜ਼ਾਂ ਸਾਰੀਆਂ ਹੋਈਆਂ। ਨਹੀਂ, ਦੇਖੋ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਇੱਕ ਗੱਲ ਜ਼ਰੂਰ ਕਹਿ ਸਕਦਾ ਵਾਂ ਕਿ ਜਿਹੜੀ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਇਨਵੈਸਟੀਗੇਸ਼ਨ ਲਿਆਈ ਜਾਵੇ, ਪਰ ਇਹ ਵੀ ਇਨਵੈਸਟੀਗੇਸ਼ਨ ਨੂੰ ਬਹੁਤ ਲੰਬਾ ਲੈ ਗਏ ਖਿੱਚ ਕੇ, ਪੌਣੇ 3 ਸਾਲ, ਔਰ ਇਹਦੇ 'ਚ ਗਵਰਨਮੈਂਟ ਦਾ ਵੀ ਬਹੁਤ ਵੱਡਾ ਕਸੂਰ ਸੀ। ਦਿਸ ਸ਼ੁੱਡ ਹੈਵ ਬੀਨ ਟਾਈਮ ਬਾਉਂਡ ਫਰਮ ਡੇ 1। 60 ਦਿਨ ਦਾ ਟਾਈਮ ਦੇ ਦਿੰਦੇ, 90 ਦਿਨ ਦਾ ਟਾਈਮ ਦੇ ਦਿੰਦੇ, ਇੱਦਾਂ ਥੋੜ੍ਹਾ ਕਿ ਖੁੱਲ੍ਹਾ ਹੀ ਛੱਡ ਦਿੱਤਾ ਵਾ ਕਿ ਪੌਣੇ 3 ਸਾਲ। ਔਰ ਉਹ ਜਿਹੜੀ ਆ ਜਾਂ ਤਾਂ ਫਿਰ ਸਰਕਾਰ ਨੇ ਮੋਨੀਟਰ ਨਹੀਂ ਕੀਤੀ ਚੰਗੀ ਤਰ੍ਹਾਂ ਨਾਲ, ਤੇ ਜੋ ਕੁਝ ਹਾਈ ਕੋਰਟ ਨੇ ਜਿਸ ਢੰਗ ਦੇ ਨਾਲ ਉਹਨੂੰ ਛਿੱਕੇ ਤੇ ਹੀ ਟੰਗ ਦਿੱਤਾ। ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਜੇ ਤੁਸੀਂ ਉਹਦੇ ਫੈਸਲੇ ਨਾਲ ਧਿਆਨ ਨਾਲ ਦੇਖੋਗੇ, ਹਾਈ ਕੋਰਟ ਨੇ ਵੀ ਆਪਣਾ ਜਿਹੜਾ ਫਰੀਦਕੋਟ ਦੀ ਅਦਾਲਤ ਟ੍ਰਾਇਲ ਕੋਰਟ ਦਾ ਕੰਮ ਸੀਗਾ, ਉਹ ਹਾਈ ਕੋਰਟ ਨੇ ਕੰਮ ਕੀਤਾ ਵਾ। ਇਹ ਤਾਂ ਉਹਨਾਂ ਦਾ ਕੰਮ ਹੀ ਨਹੀਂ ਸੀਗਾ ਕਿ ਕੌਣ ਫੈਕਟ ਫਾਈਂਡਿੰਗ ਵਿੱਚ ਜਾਣਾ, ਇਹ ਤਾਂ ਹਾਈ ਕੋਰਟ ਦਾ ਕੰਮ ਹੀ ਨਹੀਂ ਸੀ, ਇਹ ਤਾਂ ਟ੍ਰਾਇਲ ਕੋਰਟ ਦਾ ਕੰਮ ਸੀ, ਕਿਉਂਕਿ 9 ਚਲਾਨ ਪੇਸ਼ ਹੋ ਚੁੱਕੇ ਸੀਗੇ। ਦੇਅਰਫੋਰ ਇਹ ਸਾਰਾ ਫਿਆਸਕੋ ਹੋਇਆ ਵਾ, ਔਰ ਇਹਦੇ ਨਾਲ ਬਹੁਤ ਲੋਕਾਂ ਨੂੰ ਦੁੱਖ ਹੋਇਆ ਵਾ। ਔਰ ਹਾਈ ਕੋਰਟ ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਬਾਕੀ ਤਾਂ ਚਲੋ ਡਾਈਜੈਸਟ ਹੋਣ ਯੋਗ ਆ। ਤੁਸੀਂ ਬਾਦਲਾਂ ਨੂੰ ਕਲੀਨ ਚਿੱਟ ਦੇ ਰਹੇ ਹੋ, ਜਿਨ੍ਹਾਂ ਨੇ ਜਿਹੜੇ ਨਾ ਤਾਂ ਪਟੀਸ਼ਨਰ ਨੇ, ਨਾ ਉਹਨਾਂ ਨੇ ਕੋਈ ਫਰਿਆਦ ਕੀਤੀ ਆ, ਨਾ ਉਹਨਾਂ ਨੇ ਕੋਈ ਅਰਜ਼ੀ ਦਿੱਤੀ ਆ, ਉਹ ਕਿੱਧਰੋਂ ਆ ਗਏ ਵਿੱਚ? ਦੇਅਰਫੋਰ ਜੇ ਉਹ ਜੱਜ ਸਾਹਿਬ ਇਹ ਕਹਿ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੋਲੀਟਿਕਸ ਖੇਡੀ ਆ, ਤੇ ਇਹਨਾਂ ਨੇ ਕਿਹੜੀ ਘੱਟ ਖੇਡੀ ਆ? ਮਤਲਬ ਦਿਸ ਇਜ਼ ਲਾਈਕ ਗੋਇੰਗ ਆਊਟ ਆਫ ਦ ਵੇ ਟੂ ਡਿਫੈਂਡ ਬਾਦਲ ਫੈਮਿਲੀ। ਔਰ ਸਾਰੀ ਦੁਨੀਆ ਨੂੰ ਪਤਾ ਵਾ ਕਿ ਬਾਦਲਾਂ ਦੇ ਰਾਜ ਵਿੱਚ ਇਹ ਬੇਅਦਬੀਆਂ ਹੋਈਆਂ, ਤੇ ਉਹਨਾਂ ਦੇ ਰਾਜ ਵਿੱਚ ਉਹਨਾਂ ਨੇ ਕਿਸੇ ਵੀ ਗੁਨਾਹਗਾਰ ਨੂੰ ਫੜਨ ਨਹੀਂ ਦਿੱਤਾ। ਬਹਿਬਲ ਕਲਾਂ ਵਿੱਚ ਗੋਲੀ ਚੱਲੀ ਆ ਤੇ ਉਹ 'ਚ 2 ਮੁੰਡੇ ਮਾਰੇ ਗਏ ਨੌਜਵਾਨ, ਇਹਨਾਂ ਨੇ ਅਣਪਛਾਤੇ ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰੀ ਰੱਖਿਆ। ਸੋ ਇਹਦੇ ਨਾਲੋਂ ਜ਼ਿਆਦਾ ਕਨਾਈਵੈਂਸ ਦੋਸ਼ੀਆਂ ਨਾਲ ਕੀ ਹੋ ਸਕਦੀ ਆ? ਕੋਟਕਪੂਰੇ ਗੋਲੀ ਚੱਲੀ ਚੌਂਕ 'ਚ 14 ਅਕਤੂਬਰ ਸਵੇਰੇ 6 ਵਜੇ, ਉਹਦੇ 'ਚ ਅਜੀਤ ਸਿੰਘ ਦੇ ਚੂਲੇ ਵਿੱਚ ਵੱਜੀ ਗੋਲੀ। ਉਹ FIR ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ 'ਚ ਦਰਜ ਹੋਈ ਆ। ਇਹਨਾਂ ਦੀ FIR ਪੁਲਿਸ ਵੱਲੋਂ ਪਬਲਿਕ ਤੇ ਦਰਜ ਕੀਤੀ ਹੋਈ ਆ। ਇਹਦੇ ਨਾਲੋਂ ਵੱਡੇ ਮੂਰਖ ਬੰਦੇ ਅਕਾਲੀ ਜਾਂ ਮੂਰਖ ਸਰਕਾਰ ਕਿ ਆਫਟਰ ਆਲ ਉੱਥੇ ਇੰਨੇ ਆਦਮੀ ਇੱਕ ਬੈਠੇ ਸੀ ਧਰਨੇ ਦੇ ਉੱਤੇ, ਉੱਥੇ ਲਾਠੀ ਚਾਰਜ ਹੋਇਆ, ਉੱਥੇ ਪਾਣੀ ਦੀਆਂ ਬੁਛਾੜਾਂ ਚੱਲ ਗਿਆ, ਉੱਥੇ ਗੋਲੀ ਚੱਲੀ ਆ। ਸੋ ਦੇਅਰਫੋਰ ਤਾਂ ਕਰਕੇ ਇਹ ਲੋਕਾਂ ਦੀ ਕਚਹਿਰੀ ਵਿੱਚ ਦੋਸ਼ੀ ਨੇ। ਔਰ ਇੱਕ ਕਦਮ ਪਿੱਛੇ ਚੱਲ ਜਾਈਏ ਕੋਟਕਪੂਰਾ ਫਾਇਰਿੰਗ ਦਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਾਫ਼ ਐਫੀਡੇਵਿਟ ਹੈ ਸੁਮੇਧ ਸਿੰਘ ਸੈਣੀ ਦਾ ਕਿ ਮੈਨੂੰ 14 ਅਕਤੂਬਰ 2015 ਦੀ ਤੜਕੇ 2 ਵਜੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਮੈਨੂੰ ਫੋਨ ਆਇਆ। ਉਹ ਫੋਨ ਕਾਹਦੇ ਲਈ ਸੀਗਾ? ਕੀ ਚੀਫ ਮਿਨਿਸਟਰ DGP ਨੂੰ 2 ਵਜੇ ਅੱਧੀ ਰਾਤ ਨੂੰ ਫੋਨ ਕਰਦਾ ਕੋਈ? ਉਹ ਫੋਨ ਗਿਆ, ਉਸ ਫੋਨ ਤੋਂ ਬਾਅਦ 6 ਵਜੇ ਧਰਨਾ ਚੱਕਿਆ ਗਿਆ, ਗੋਲੀ ਚੱਲੀ ਆ, ਤੇ 9 ਵਜੇ ਬਹਿਬਲ ਕਲਾਂ 'ਚ ਗੋਲੀ ਚੱਕ ਕੇ 2 ਬੰਦੇ ਮਾਰ ਗਏ ਨੇ। ਇਸ ਕਰਕੇ ਇਹ ਗੁਨਾਹ 'ਚੋਂ ਨਹੀਂ ਬਚ ਸਕਦੇ। ਅਕਾਲੀ ਦਲ ਖਹਿਰਾ ਸਾਹਿਬ ਹੁਣ ਵੀ ਕਹਿ ਰਿਹਾ ਵੀ ਅਸੀਂ ਕੁੰਵਰ ਵਿਜੇ ਪ੍ਰਤਾਪ ਤੇ ਮਾਣਹਾਨੀ ਕਰਾਂਗੇ। ਨਹੀਂ, ਉਹ ਤਾਂ ਉਹਨਾਂ ਨੂੰ ਉਹ ਬੜੀ ਗਲਤਫਹਿਮੀ 'ਚ ਪਏ ਹੋਏ ਨੇ। ਹੋ ਸਕਦਾ ਇਸ
ਹਾਈ ਕੋਰਟ ਚੋਂ ਟੈਕਨੀਕਲੀ ਉਹਨਾਂ ਨੂੰ ਕੋਈ ਮਾੜਾ ਮੋਟਾ ਬਚਾਅ ਹੋ ਗਿਆ ਹੋਵੇ ਜਾਂ ਪੁਲਿਸ ਵਾਲਿਆਂ ਨੂੰ ਜਿਹੜਾ ਕੋਈ ਅਲਟੀਮੇਟਲੀ ਫਾਇਦਾ ਹੋ ਗਿਆ ਹੋਵੇ। ਬਾਦਲ ਪਰਿਵਾਰ ਨੂੰ ਨਹੀਂ ਹੋਇਆ, ਇਹਨਾਂ ਦੇ ਖਿਲਾਫ ਤਾਂ ਗੁੱਸਾ ਵੱਧ ਗਿਆ ਵਾ। ਇਹ ਨਾਰਮਲ ਕੋਰਸ ਵਿੱਚ ਮੁੱਦਾ ਥੋੜਾ ਲੋ ਪ੍ਰੋਫਾਈਲ ਹੋ ਗਿਆ ਸੀਗਾ, ਜਦੋਂ ਦਾ ਹਾਈ ਕੋਰਟ ਦਾ ਫੈਸਲਾ ਆਇਆ ਹਾਈ ਪ੍ਰੋਫਾਈਲ ਹੋ ਗਿਆ ਫਿਰ। ਔਰ ਜਿਹਨੂੰ ਨਹੀਂ ਵੀ ਪਤਾ ਸੀਗਾ ਉਹਨਾਂ ਨੂੰ ਵੀ ਇੱਕ ਵਾਰੀ ਪੂਰੀ ਰੀਲ ਜਿਹੜੀ ਆ ਬਾਦਲ ਦੇ ਪਰਿਵਾਰ ਦੀ, ਜਿਸ ਤਰ੍ਹਾਂ ਇਹਨਾਂ ਨੇ ਡੇਰਾ ਸੱਚਾ ਸੌਦਾ ਦੇ ਗੁਰੂ ਨੂੰ 2012 ਦੇ ਵਿੱਚ ਸੈਸ਼ਨ ਕੋਰਟ ਬਠਿੰਡਾ ਚੋਂ ਕੇਸ ਵਾਪਸ ਲਿਆ, ਜਿੱਦਾਂ ਇਹਨਾਂ ਨੇ ਅਕਾਲ ਤਖਤ ਤੋਂ ਉਹਨੂੰ ਮਾਫੀਨਾਮਾ ਦਵਾਇਆ, ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਇੱਕ ਬਿਲਕੁਲ ਸਾਫ਼ ਸੁਥਰੀ ਪਾਣੀ ਦੀ ਤਸਵੀਰ ਵਾਂਗੂ ਆ ਗਈਆਂ ਨੇ। ਇਸ ਕਰਕੇ ਹੁਣ ਸਮਾਂ ਤਾਂ ਲੱਗੇਗਾ ਜ਼ਰੂਰ। ਔਰ ਵੈਸੇ ਵੀ ਮੈਂ ਕਹਿਣਾ ਚਾਹੁੰਦਾ ਵਾਂ ਕਿ ਨਾਰਮਲ ਕੋਰਸ ਵਿੱਚ ਤੁਸੀਂ ਨਿਗਾਹ ਮਾਰੋ, ਪੰਜਾਬ ਨੂੰ ਇੰਨੀ ਛੇਤੀ ਕਦੀ ਇਨਸਾਫ ਮਿਲਿਆ ਨਹੀਂਗਾ। ਆ ਕਿਸਾਨ ਬੈਠੇ ਨੇ 8 ਮਹੀਨਿਆਂ ਦੇ, ਅਗਰ ਇਹੀ ਅੰਦੋਲਨ ਕੱਲਾ ਕੇਵਲ ਕਿਸੇ ਨਾਰਥ ਇੰਡੀਆ ਦੀ ਕਿਸੇ ਹਿੰਦੀ ਸਪੀਕਿੰਗ ਏਰੀਆ ਦਾ ਅੰਦੋਲਨ ਹੁੰਦਾ ਤੇ ਹੁਣ ਨੂੰ ਇਨਸਾਫ ਮਿਲ ਜਾਣਾ ਸੀਗਾ ਉਹਨਾਂ ਨੂੰ। ਸਾਨੂੰ ਤਾਂ ਇਨਸਾਫ ਅਜੇ ਤਾਈਂ ਸਿੱਖਾਂ ਦੇ ਕਤਲੇਆਮ ਦਾ 84 ਦਾ ਨਹੀਂ ਮਿਲਿਆ। ਸਾਨੂੰ ਤਾਂ ਇਨਸਾਫ ਸਾਡੇ ਦਰਿਆਈ ਪਾਣੀ ਖੋਏ ਗਏ ਨੇ ਸ਼ਰੇਆਮ ਸਾਡੇ ਸਾਹਮਣੇ, ਗਲਤ ਐਕਟਸ ਬਣਾ ਕੇ ਯੂਨੀਲੈਟਰਲੀ ਉਸ ਦੀਆਂ ਸਰਕਾਰਾਂ ਨੇ ਖੋਲੇ ਨੇ, ਆਪਾਂ ਨੂੰ ਤਾਂ ਇਨਸਾਫ ਉਹਦਾ ਨਹੀਂ ਮਿਲਿਆ। ਸੋ ਇਸ ਕਰਕੇ ਪੰਜਾਬ ਦੇ ਲੋਕ ਅੱਜ ਦੇ ਨਹੀਂ ਆਦੀ ਨੇ ਇਹ ਬੇਇਨਸਾਫੀ ਦੇ ਖਿਲਾਫ ਲੜਨ ਲਈ। ਇਹੀ ਸਾਨੂੰ ਸਾਡੇ ਗੁਰੂ ਸਾਹਿਬ ਸਿਖਾ ਕੇ ਗਏ ਔਰ ਇਹ ਜੱਦੋਜਹਿਦ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀ ਇਹ ਜਾਰੀ ਰਹੇਗੀ ਜੀ। ਢੀਂਡਸਾ ਪਰਿਵਾਰ, ਪਰਮਿੰਦਰ ਸਿੰਘ ਢੀਂਡਸਾ ਵੀ ਇੱਥੇ ਪਹੁੰਚੇ ਸੀ ਕੋਟਕਪੂਰਾ। ਢੀਂਡਸਾ ਪਰਿਵਾਰ, ਸੁਖਪਾਲ ਸਿੰਘ ਖਹਿਰਾ ਤੁਸੀਂ ਹੋ ਗਏ, ਨਵਜੋਤ ਸਿੰਘ ਸਿੱਧੂ, ਇਕੱਠੇ ਹੋਣ ਦੀ ਸੰਭਾਵਨਾਵਾਂ ਹੈਗੀਆਂ ਗੀਆਂ ਆਉਣ ਵਾਲੇ ਸਮੇਂ 'ਚ? ਕਿਉਂ ਨਹੀਂ ਇਕੱਠੇ ਹੋ ਸਕਦੇ? ਅਸੀਂ ਸਾਰੇ ਇੱਕ ਦੂਜੇ ਨਾਲ ਅੱਛੀ ਤਰ੍ਹਾਂ ਜਾਣਕਾਰ ਹਾਂ। ਅਸੀਂ ਇੱਕ ਦੂਜੇ ਦੇ ਨਾਲ ਹੁਣ ਇੱਕ ਅਸੀਂ ਪੋਲੀਟੀਕਲ ਪੇਜ ਤੇ ਹਾਂ, ਮਤਲਬ ਵੀ ਸ਼ੇਅਰ ਆਲਮੋਸਟ ਦ ਸੇਮ ਫੀਲਿੰਗਸ ਕਿ ਪੰਜਾਬ ਦੇ ਨਾਲ ਬੜੀ ਜ਼ਿਆਦਤੀ ਹੋ ਰਹੀ ਆ। ਸਾਰੇ ਕਹੀ ਜਾਂਦੇ ਪੰਜਾਬ ਨਾਲ ਜ਼ਿਆਦਤੀ ਹੋ ਰਹੀ ਆ, ਤੇ ਜੇ ਪੰਜਾਬ ਨਾਲ ਜ਼ਿਆਦਤੀ ਹੋ ਤੇ ਫਿਰ ਅਸੀਂ ਸਾਰੇ ਇਕੱਠੇ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਹੁੰਦੇ? ਮੈਂ ਤਾਂ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਵੇਗਾ, ਮੈਂ ਲੋਕ ਸਭਾ ਤੋਂ ਪਹਿਲਾਂ ਵੀ ਇੱਕ ਗੱਠਜੋੜ ਖੜਾ ਕਰਤਾ ਸੀਗਾ। ਅਨਫੋਰਚੂਨੇਟਲੀ ਨਹੀਂ ਚੱਲਣ ਦਿੱਤਾ ਲੋਕਾਂ ਨੇ, ਛੋਟੇ-ਮੋਟੇ ਲਾਲਚ ਕਰਕੇ ਤੋੜ ਕੇ ਪਰੇ ਮਾਰਿਆ। ਚਲੋ ਮੈਂ ਕਹਿੰਦਾ ਉਹ ਸਮਾਂ ਲੰਘ ਗਿਆ। ਹੁਣ ਇੱਕ ਵਾਰ ਫਿਰ ਮੈਂ ਜਦੋਂ ਕੋਵਿਡ ਦੇ ਥੋੜ੍ਹੀ ਜਿਹੀ ਢਿੱਲ ਮਹਿਸੂਸ ਹੋਈ ਪਿਛਲੇ ਸਾਲ ਸੈਪਟੈਂਬਰ ਅਕਤੂਬਰ 'ਚ, ਅਸੀਂ ਫਿਰ 5-6 ਮੀਟਿੰਗਾਂ ਕੀਤੀਆਂ। ਸਾਰੇ ਜਿੰਨਾ ਮੈਂ ਹੁਣ ਕਿ ਸਭ ਦਾ ਨਾਮ ਲਵਾਂ ਚੰਗਾ ਨਹੀਂ ਲੱਗਦਾ, ਉਹਨਾਂ ਨੂੰ ਸੱਦਿਆ, ਉਹਨਾਂ ਨੂੰ ਸਮਝਾਇਆ ਕਿ ਆਪਾਂ ਜਿਹੜੀਆਂ ਛੋਟੀਆਂ ਪਾਰਟੀਆਂ ਪੰਜਾਬ ਚਲਾ ਰਹੇ ਦਾ ਫਾਇਦਾ ਕੋਈ ਨਹੀਂਗਾ, ਇਹ ਸਾਰੀਆਂ ਕਰੋ ਭੰਗ, ਤੇ ਇੱਕ ਥਾਂ ਇਕੱਠੇ ਹੋ ਕੇ ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ ਦੀ ਗੱਲ ਕਰਕੇ ਆਪਾਂ ਇਸ ਲੜਾਈ ਨੂੰ ਅੱਗੇ ਲੈ ਕੇ ਚੱਲੀਏ। ਅਨਫੋਰਚੂਨੇਟਲੀ ਫॉर ਰੀਜ਼ਨਸ ਬੈਸਟ ਨੋਨ ਟੂ them ਉਹ ਨਹੀਂ ਗੱਲ ਸਿਰੇ ਚੜ੍ਹ ਸਕੀ। ਜਿਹੜਾ ਹੁਣ ਨਵੀਂ ਸੈੱਟ ਦੀ ਗੱਲ ਚੱਲ ਰਹੀ ਆ, ਜਿਹੜੀ ਇੱਕ ਟਾਈਮ ਬਾਉਂਡ ਦੀ ਗੱਲ ਕੀਤੀ ਜਾ ਰਹੀ ਹੈ ਵੀ ਇੰਨੇ ਟਾਈਮ ਦੇ ਵਿੱਚ ਨਤੀਜੇ ਤੇ ਆਉਣਾ ਹੀ ਪਊਗਾ, ਤੁਹਾਨੂੰ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਉਧਰ ਨੂੰ ਜਾਣਗੇ? ਉਹ ਚੀਜ਼ ਹੋਊਗੀ, ਪੋਸੀਬਲ ਹੋ ਸਕਦਾ? ਨਹੀਂ ਜਾਣਗੇ ਤਾਂ ਫਿਰ ਲੋਕਾਂ ਦੀ ਕਚਹਿਰੀ 'ਚ ਕਿਹੜੇ ਮੂੰਹ ਨਾਲ ਜਾਣਗੇ? ਇੱਕ ਅੱਛੀ ਤਰ੍ਹਾਂ ਗੱਲ ਸਮਝੋ, ਕਿਉਂਕਿ ਇਹਨਾਂ ਨੇ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਬੇਅਦਬੀ ਦੇ ਮਸਲੇ ਦੇ ਉੱਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ। ਨਹੀਂ ਕਰਨਗੇ ਤਾਂ ਇਹ ਭੁਗਤਣਗੇ, ਕਰ ਦੇਣਗੇ ਟਾਈਮ ਬਾਉਂਡ। ਦੇਖੋ ਕੁਝ ਕਿਉਂ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ ਇਨ ਦਿਸ ਕੰਟਰੀ। ਵੈਨ ਯੂ ਆਰ ਹੈਡਿੰਗ ਅ ਗਵਰਨਮੈਂਟ ਐਵਰੀਥਿੰਗ ਇਜ਼ ਪੋਸੀਬਲ, ਸਿਰਫ ਵਿਲ ਪਾਵਰ ਚਾਹੀਦੀ ਆ। ਅੱਜ ਕਹਿ ਦੇਣੇ ਕਿ ਜਿਹੜੀ ਮੈਂ ਸਿੱਟ ਆ ਇਹ ਮੈਂ ਇਹਨੂੰ 30 ਦਿਨ ਦਾ ਟਾਈਮ ਦਿੰਦਾ ਵਾ, 30 ਦਿਨਾਂ, ਕਿਉਂਕਿ ਦੇਖੋ ਸਾਰੇ ਫੈਕਟਸ ਇਕੱਠੇ ਹੋ ਚੁੱਕੇ ਨੇ, ਸਾਰੇ ਗਵਾਹਾਂ ਦੇ ਸਾਰੇ ਬਿਆਨਾਤ, ਸਾਰੇ ਤੱਥ ਜਿਹੜੇ ਨੇ ਉਹ ਸਾਹਮਣੇ ਪਏ ਨੇ। ਇੱਦਾਂ ਹੀ ਸਿਰਫ ਉਹਨਾਂ ਨੂੰ ਇੱਕ ਨਵੀਂ ਸਿੱਟ ਨੇ ਉਹਨਾਂ ਤੱਥਾਂ ਨੂੰ ਚੱਕ ਕੇ ਇੱਕ ਨਵੇਂ ਚਲਾਨ ਦੀ ਸ਼ਕਲ ਦੇ ਵਿੱਚ ਉੱਥੇ ਪੇਸ਼ ਕਰਨਾ ਵਾ। ਔਰ ਜਿਹੜਾ ਇੱਕ ਚਲਾਨ ਰਹਿ ਗਿਆ ਸੀ ਜਿਹਦੇ 'ਚ ਕਹਿੰਦੇ ਨੇ ਕਿ ਇਹਨਾਂ ਬਾਦਲ ਪਰਿਵਾਰ ਦਾ ਨਾਮ ਹੈਗਾ ਸੀਗਾ, ਉਹਨੂੰ ਵੀ ਇਨਕਲੂਡ ਕਰਨ ਵਿੱਚ, ਬਿਕੋਜ਼ ਆਈ ਪਰਸਨਲੀ ਫੀਲ ਕਿ ਇਹ ਨਹੀਂ ਮੈਂ ਕਹਿੰਦਾ ਕਿ ਬਾਦਲ ਨੇ ਜਾ ਕੇ ਆਪ ਕੋਈ ਉੱਥੇ ਪੱਤਰੇ ਪਾੜੇ ਨੇ, ਬਟ ਆਫਟਰ ਆਲ ਚੀਫ ਮਿਨਿਸਟਰ ਹੁੰਦੇ ਆ ਜਾਂ ਡਿਪਟੀ ਚੀਫ ਮਿਨਿਸਟਰ, ਹੋਮ ਮਿਨਿਸਟਰ ਹੁੰਦੇ ਆ, ਤੁਸੀਂ ਜਦੋਂ ਦੋਸ਼ੀਆਂ ਨੂੰ ਬਚਾਉਂਦੇ ਹੋ, ਤੁਸੀਂ ਜਦੋਂ ਪੁਲਿਸ ਵਾਲਿਆਂ ਦੇ ਖਿਲਾਫ ਅਣਪਛਾਤੇ ਪਰਚੇ ਦਰਜ ਕਰਦੇ ਹੋ, ਬੰਦੇ ਮਰੇ ਪਏ ਨੇ ਉੱਥੇ। ਔਰ ਤੁਹਾਨੂੰ ਯਾਦ ਹੋਵੇਗਾ ਇਹਨਾਂ ਨੇ ਇੱਕ ਵਾਰੀ ਫਰਜ਼ੀ ਵੀ 2 ਭਰਾਵਾਂ ਨੂੰ ਟੌਰਚਰ ਕਰਤਾ ਸੀ, ਸ਼ਾਇਦ ਉਹਨਾਂ ਦਾ ਨਾਮ ਰੁਪਿੰਦਰ ਤੇ ਕੀ ਨਾਂ ਸੀਗਾ। ਤੁਸੀਂ ਜਦੋਂ ਇਦਾਂ ਦਾ ਤਸ਼ੱਦਦ ਢਾਉਂਦੇ ਲੋਕਾਂ ਤੇ ਇਹਦਾ ਮਤਲਬ ਕਿ ਲੋਕਾਂ ਦੀ ਕਚਹਿਰੀ ਵਿੱਚ ਤੁਸੀਂ ਗੁਨਾਹਗਾਰ ਹੈਗੇ ਆ। ਇਸ ਕਰਕੇ ਜਦ ਤੱਕ ਇਹ ਸਾਰਿਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਠੋਸ ਐਕਸ਼ਨ ਨਹੀਂ ਲੈਣਗੇ, ਉਹਨਾਂ ਨੂੰ ਪਿੰਡਾਂ ਵਿੱਚ ਜਾ ਕੇ ਲੋਕਾਂ 'ਚ ਕੈਂਪੇਨ ਕਰਨਾ ਮੁਸ਼ਕਿਲ ਆਵੇਗਾ। ਇਹ ਜੈਨੂਇਨ ਗੱਲ ਹੈ ਬਿਲਕੁਲ। ਪੰਜਾਬ ਦੀ ਕੈਬਨਿਟ ਦੇ ਵਿੱਚ ਵੀ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ। ਜਿਹੜੇ 2 ਅਸਤੀਫੇ ਹੁੰਦੇ ਨੇ, ਹਾਲਾਂਕਿ ਉਹ ਅਸਤੀਫੇ ਮਨਜ਼ੂਰ ਨਹੀਂ ਹੁੰਦੇ, ਤੁਹਾਨੂੰ ਲੱਗਦਾਗਾ ਵੀ ਵਾਕਿਆ ਦੇ ਵਿੱਚ ਉਸ ਗੱਲ ਕਰਕੇ ਅਸਤੀਫੇ ਦਿੱਤੇ ਗਏ, ਜਿਹੜੀ ਗੱਲ ਮੀਡੀਆ ਦੇ ਵਿੱਚ ਆਈ ਕਿ ਇੱਕ ਦਿਖਾਵਾ ਕੀਤਾ ਗਿਆ, ਇੱਕ ਸਟੰਟ ਸੀ? ਨਹੀਂ, ਮੇਰਾ ਖਿਆਲ ਉਹਨਾਂ ਦਾ ਸਭ ਤੇ ਪੋਲੀਟੀਕਲ ਪ੍ਰੈਸ਼ਰ ਹੈ ਜੀ ਲੋਕਾਂ ਦਾ। ਇਲੈਕਸ਼ਨਸ ਆ ਫਾਸਟ ਅਪਰੋਚਿੰਗ। ਜਿਹੜੇ ਮਿਨਿਸਟਰਸ ਨੇ ਉਹਨਾਂ ਨੂੰ ਪਤਾ ਵਾ ਕਿ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਲੋਕਾਂ ਨੇ ਸਾਨੂੰ ਪੁੱਛਣਾ ਵਾ ਵੀ ਆਹ ਜਿਹੜਾ ਤੁਹਾਡਾ ਬੇਅਦਬੀਆਂ ਦਾ ਮਸਲਾ ਤੁਸੀਂ ਏਡਾ ਵੱਡਾ ਬਣਾਇਆ ਸੀਗਾ, ਕਿਹੜੇ ਦੋਸ਼ੀ ਨੂੰ ਫੜਿਆ ਦੱਸਿਓ ਜ਼ਰਾ। ਔਰ ਸਾਰੇ ਦੋਸ਼ੀ ਬਚ ਗਏ ਨੇ। ਔਰ ਮੈਨੂੰ ਦੁੱਖ ਹੈ ਕੋਰਟਾਂ ਕਚਹਿਰੀਆਂ ਦੇ ਉੱਤੇ ਦੋਸ਼ੀਆਂ ਨੇ ਨੂੰ ਜਿਹੜੇ 302 ਵਿੱਚ ਗੁਨਾਹਗਾਰ ਸੀ,
ਚਰਨਜੀਤ ਸ਼ਰਮੇ ਵਰਗੇ ਜਾਂ ਜਿਹੜੇ ਗੁਰਦੀਪ ਸਿੰਘ ਤੇ ਰਛਪਾਲ ਸਿੰਘ ਕੋ ਪੁਲਿਸ ਆਫਸਰ ਜਿਹੜੇ ਨੇ, ਯਾਰ ਇਹਨਾਂ ਨੂੰ 302 ਵਿੱਚ ਐਂਟੀਸਪੇਟਰੀ ਬਿੱਲਾਂ ਮਿਲ ਗਈਆਂ ਯਾਰ ਲੋਕਾਂ ਨੂੰ। ਇਹਨਾਂ ਨੂੰ ਯਾਰ ਐਵੇਂ ਜੇਲ੍ਹਾਂ 'ਚ ਇੱਕ ਦੋ ਦੋ ਤਿੰਨ ਹਫ਼ਤੇ ਰਹਿ ਕੇ ਇਹਨਾਂ ਨੂੰ ਰੈਗੂਲਰ ਬੇਲਸ ਦਿੱਤੀਆਂ, ਕਦੀ ਕਤਲ ਵਿੱਚ ਵੀ ਬਿੱਲਾਂ ਇੱਦਾਂ ਦਿੱਤੀਆਂ ਗਈਆਂ ਨੇ। ਕੈਪਟਨ ਬਾਦਲ ਕਿਉਂ ਖਿਚੜੀ ਨੇ? ਬਿਲਕੁਲ ਲੋਕਾਂ ਦੀ ਕਚਹਿਰੀ 'ਚ ਬਹੁਤ ਵੱਡਾ ਇਲਜ਼ਾਮ ਹੈ ਇਹ। ਹੁਣ ਕੈਪਟਨ ਅਮਰਿੰਦਰ ਸਿੰਘ ਮੁਨੱਸਰ ਆ ਕਿ ਉਹਨਾਂ ਨੇ ਇਸ ਇਲਜ਼ਾਮ ਨੂੰ ਕਬੂਲਣਾ ਵਾ ਜਾਂ ਇਸ ਇਲਜ਼ਾਮ ਦੇ ਨੂੰ ਨਕਾਰਨਾ ਵਾ ਤੇ ਆਪਣੀ ਕਾਰਗੁਜ਼ਾਰੀ ਇਸ ਇਸ਼ੂ ਦੇ ਉੱਤੇ ਦਿਖਾਉਣੀ ਹੈ, ਉਹਨਾਂ ਤੇ ਡਿਪੈਂਡ ਕਰਦਾ। ਜੀ ਖਹਿਰਾ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਆਈ ਐਮ ਗ੍ਰੇਟਫੁਲ ਜੀ, ਥੈਂਕ ਯੂ, ਸ਼ੁਕਰੀਆ ਤੁਹਾਡਾ ਬਹੁਤ। ਸੋ ਇਹ ਸੀ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਗੱਲਬਾਤ ਕੀਤੀ ਪੰਜਾਬ ਦੇ ਜੋ ਅੱਜ ਦੇ ਮੌਜੂਦਾ ਰਾਜਨੀਤਿਕ ਹਾਲਾਤ ਨੇ। ਅੱਗੇ ਫਿਰ ਮਿਲਾਂਗੇ ਕਿਸੇ ਹੋਰ ਪੋਲੀਟੀਕਲ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।